ਤੇ ਪਹਿਲਾ ਜਿਹੜਾ ਕੇਸ ਸੀਗਾ ਉਸ ਦੇ ਵਿੱਚ ਜ਼ਮਾਨਤ ਦਾ ਜਿਹੜਾ ਬੇਲ ਦਾ ਪ੍ਰੋਸੈਸ ਸੀਗਾ ਉਹ ਸਾਰਾ ਖਤਮ ਹੋ ਗਿਆ। ਮਤਲਬ ਇੱਕ ਕਿਸਮ ਦਾ ਪਹਿਲੇ ਵਾਲਾ ਜਿਹੜਾ ਕੇਸ ਸੀਗਾ ਉਹ ਆਲਮੋਸਟ ਸੋਲਵ ਹੋ ਗਿਆ ਤੇ ਪੁਲਿਸ ਨੇ ਚਲਾਕੀ ਇਹ ਕੀਤੀ। ਉਹਨਾਂ ਨੇ ਤਿਹਾੜ ਦੇ ਵਿੱਚ ਇਸ ਦੀ ਡਿਮਾਂਡ ਕੀਤੀ ਸੀ। ਤਿਹਾੜ ਦੇ ਜਿਹੜੇ ਜੱਜ ਸਾਹਿਬ ਸੀਗੇ ਉਹਨਾਂ ਨੇ ਬੋਲਿਆ ਕਿ ਬਈ ਮੇਰੇ ਹਿਸਾਬ ਨਾਲ ਤਾਂ ਇਹ ਰਿਮਾਂਡ ਨਹੀਂ ਬਣਦੀ, ਕਿਉਂਕਿ ਇੱਕੋ ਕੇਸ, ਇੱਕੋ ਹੀ ਜਗ੍ਹਾ ਦਾ ਕੇਸ ਔਰ ਇੱਕੋ ਹੀ ਥਾਣੇ ਦੇ ਵਿੱਚ ਇਹ ਫਿਰ ਦੁਬਾਰਾ 2 FIR ਤੁਸੀਂ ਕਿੱਦਾਂ ਕੱਟ ਰਹੇ ਹੋ। ਇੱਕ ਕਿਸਮ ਦੀ ਪੁਲਿਸ ਦੀ ਹਾਰ ਹੈਗੀ ਹੈ ਔਰ ਇਸ ਕੇਸ ਦੇ ਵਿੱਚ ਹੁਣ 23 ਤਰੀਕ ਨੂੰ ਇਸੇ ਕੇਸ ਦੀ ਸੁਣਵਾਈ ਹੋਏਗੀ ਤੇ ਇਹ ਕੇਸ ਹੁਣ ਜ਼ਿਆਦਾ ਬਚਦਾ ਨਹੀਂ। ਤੇ ਗੱਲ ਹੈ ਕਿ ਜਿਹੜਾ ਕੇਸ ਇਸ ਵਾਰੀ ਪੁਲਿਸ ਨੇ ਪਾਇਆ ਹੈ ਕਿ ਦੀਪ ਬਾਈ ਨੇ ਉੱਤੇ ਤੋੜ-ਫੋੜ ਦਾ ਜਿਹੜਾ ਕੇਸ ਹੈਗਾ ਕਿ ਬਿਲਡਿੰਗ ਨੂੰ, ਸਰਕਾਰੀ ਬਿਲਡਿੰਗ ਨੂੰ ਤੋੜ-ਫੋੜ ਕੀਤੀ ਗਈ, ਉਸ ਦਾ ਕੇਸ ਹੈਗਾ। ਇਹੀ ਕੇਸ ਤਾਂ ਵੈਸੇ ਹਰਿਆਣਾ ਗਵਰਨਮੈਂਟ ਦੇ ਵੀ ਬਣਦਾ, ਜਿਹਦੇ ਸਰੇਆਮ ਸਰਕਾਰੀ ਸੜਕਾਂ ਪਬਲਿਕ ਪ੍ਰਾਪਰਟੀ ਹੁੰਦੀ ਹੈ, ਉਹ ਸੜਕਾਂ ਤੋੜ ਦਿੱਤੀਆਂ ਸੀਗੀਆਂ, ਉਹਨਾਂ ਦੇ ਖੱਡੇ ਕਰ ਦਿੱਤੇ ਸੀ। ਗੱਲ ਤਾਂ ਬੁਰਾ ਨਾ ਮੰਨੇ, ਲੇਕਿਨ ਕੋਈ ਸੁਜੈਸ਼ਨ ਜਾਂ ਕੋਈ ਗੱਲ ਹੁੰਦੀ ਨਾ ਤਾਂ ਉਹ ਇਨਬਾਕਸ ਕੀਤੀ ਜਾ ਸਕਦੀ ਹੈ, ਕਿਉਂਕਿ ਹੁੰਦਾ ਕੀ ਹੈ ਕਿ ਸਾਨੂੰ ਕਈ ਵਾਰੀ ਅੱਧੀਆਂ ਜਾਣਕਾਰੀਆਂ ਹੁੰਦੀਆਂ ਤੇ ਉਸ ਦੇ ਨਾਲ ਗੱਲਾਂ ਜਿਹੜੀਆਂ ਉਹ ਲੋਕਾਂ ਦੇ ਮਨ ਦੇ ਵਿੱਚ ਹੋਰ ਸ਼ੰਕਾ ਸ਼ੁਭਾ ਜਿਹੜੇ ਨੇ ਉਹ ਪੈਦਾ ਹੋ ਜਾਂਦੇ ਆ। ਔਰ ਇਹਦਾ ਜਵਾਬ ਵੀ ਮੈਂ ਦੇ ਦਿੰਦਾ ਕਿ ਅਗਰ ਅਸੀਂ ਜਾਂ ਸਾਡੀ ਜਿਹੜੀ ਵਕੀਲਾਂ ਦੀ ਟੀਮ ਆ, ਮੈਂ ਮਨਦੀਪ ਭਾਈ ਨਾਲ ਇਹ ਵਾਲੀ ਗੱਲ ਕੀਤੀ ਸੀ, ਕਹਿੰਦੇ ਭਾਜੀ ਅਗਰ ਅਸੀਂ ਇਹ ਪਾ ਦਈਏ ਕਿ ਕੋਰਟ ਨੂੰ ਕਿ ਬਈ ਹੋਰ ਅਗਰ ਤੁਹਾਡੇ ਕੋਲ ਕੇਸ ਹੈਗੇ ਆ ਤਾਂ ਸਾਨੂੰ ਦੱਸੋ। ਆਪਣਾ ਕਾਮਰੇਡਾਂ ਦੁਆਲੇ ਹੁੰਨੇ ਆ ਥੋੜਾ ਜਿਹਾ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਕੁਲਵਿੰਦਰ ਸਿੰਘ ਇੱਕ ਵਾਰ ਫਿਰ ਤੋਂ ਹਾਜ਼ਰ ਹੋਇਆ ਇਸ ਵੇਲੇ ਦੇ ਕੁਝ ਖਾਸ ਕੁਝ ਵੱਡੇ ਅਪਡੇਟ ਲੈ ਕੇ। ਇਸ ਵੇਲੇ ਦੇ ਅਪਡੇਟਸ ਦੀ ਲੜੀ ਦੇ ਵਿੱਚ ਦੋਸਤੋ, ਹੁਣ ਦੇ ਅਪਡੇਟਸ ਦੀ ਲੜੀ ਦੇ ਵਿੱਚ ਜਿੰਨੇ ਵੀ ਅਪਡੇਟ ਸਾਹਮਣੇ ਆਏ ਨੇ ਸਾਰੇ ਹੀ ਖਾਸ ਨੇ, ਸਪੈਸ਼ਲ ਨੇ। ਇਸ ਲਈ ਸਾਰੇ ਦੋਸਤਾਂ ਨੂੰ ਰਿਕੁਐਸਟ ਹੈ ਕਿ ਵੀਡੀਓ ਦੇ ਨਾਲ ਅਖੀਰ ਤੱਕ ਬਣੇ ਰਹਿਣਾ, ਕਿਉਂਕਿ ਦੀਪ ਸਿੱਧੂ ਬਾਰੇ, ਉਹਨਾਂ ਦੇ ਕੇਸ ਬਾਰੇ ਇੱਕ ਵੱਡੀ ਖੁਸ਼ਖਬਰੀ ਨਿਕਲ ਕੇ ਸਾਹਮਣੇ ਆਈ ਹੈ। ਪੂਰੇ ਅਪਡੇਟ ਵੱਲ ਤੁਹਾਨੂੰ ਲੈ ਚੱਲਦੇ ਹਾਂ। ਜਿਵੇਂ ਕਿ ਸਾਰੇ ਦੋਸਤ ਜਾਣਦੇ ਨੇ ਕਿ ਦੀਪ ਸਿੱਧੂ ਤੇ ਰਜਿਸਟਰਡ ਕੇਸ ਦੇ ਵਿੱਚ ਇੱਕ ਦਿਨ ਪਹਿਲਾਂ ਹੀ ਮਾਨਯੋਗ ਅਦਾਲਤ ਵੱਲੋਂ ਦੀਪ ਸਿੱਧੂ ਦੀ ਜੋ ਜ਼ਮਾਨਤ ਦੀ ਅਰਜ਼ੀ ਹੈ ਉਸ ਨੂੰ ਮਨਜ਼ੂਰ ਕਰਦੇ ਹੋਏ ਦੀਪ ਸਿੱਧੂ ਨੂੰ ਜ਼ਮਾਨਤ ਦੇ ਦਿੱਤੀ ਗਈ ਸੀ। ਪਰ ਉੱਥੇ ਹੀ ਦਿੱਲੀ ਪੁਲਿਸ ਵੱਲੋਂ ਇੱਕ ਨਵਾਂ ਪੈਂਤਰਾ ਖੇਡਦੇ ਹੋਏ ਇੱਕ ਪੁਰਾਣੇ ਕੇਸ ਦੇ ਵਿੱਚ ਦੀਪ ਸਿੱਧੂ ਦਾ ਨਾਮ ਜੋੜ ਕੇ ਇੱਕ ਵਾਰ ਫਿਰ ਤੋਂ ਉਹਨਾਂ ਦੀ ਗ੍ਰਿਫਤਾਰੀ ਪਾਈ ਗਈ, ਜਾਂ ਫਿਰ ਕਹਿ ਸਕਦੇ ਹਾਂ ਕਿ ਦੀਪ ਸਿੱਧੂ ਦੀ ਜੋ ਮਾਨਯੋਗ ਅਦਾਲਤ ਦੇ ਹੁਕਮਾਂ ਤੇ ਰਿਹਾਈ ਹੋਣ ਵਾਲੀ ਸੀ ਉਸ ਤੇ ਰੋਕ ਲਗਵਾ ਦਿੱਤੀ ਗਈ। ਉੱਥੇ ਹੀ ਦੋਸਤੋ ਹੁਣ ਦਿੱਲੀ ਪੁਲਿਸ ਇਸ ਨਵੇਂ ਰਜਿਸਟਰਡ ਕੀਤੇ ਗਏ ਕੇਸ ਦੇ ਵਿੱਚ ਆਪ ਹੀ ਆਪਣੇ ਚੱਕਰਵਿਊਹ ਦੇ ਵਿੱਚ ਫਸਦੀ ਹੋਈ ਦਿਖਾਈ ਦੇ ਰਹੀ ਹੈ, ਜਿੱਥੇ ਕਿ ਉਹ ਇੱਕ ਕਸੂਤੇ ਤਰੀਕੇ ਦੇ ਨਾਲ ਫਸ ਗਈ ਹੈ। ਪੂਰਾ ਮਸਲਾ ਕੀ ਹੈ, ਜਿੱਥੇ ਕਿ ਮਾਨਯੋਗ ਜੱਜ ਸਾਹਿਬ ਵੱਲੋਂ ਵੀ ਦਿੱਲੀ ਪੁਲਿਸ ਨੂੰ ਇੱਕ ਤਰੀਕੇ ਦੇ ਨਾਲ ਫਟਕਾਰ ਲਗਾਈ ਗਈ ਹੈ। ਉਸ ਸਾਰੇ ਅਪਡੇਟ ਵੱਲ ਤੁਹਾਨੂੰ ਲੈ ਚੱਲਦੇ ਹਾਂ, ਜਿੱਥੇ ਕਿ ਦੀਪ ਸਿੱਧੂ ਦੇ ਖਾਸ ਦੋਸਤ ਦਲਜੀਤ ਖਾਲਸੀ ਨੇ ਕੁਝ ਵੱਡੇ ਖੁਲਾਸੇ ਕੀਤੇ ਨੇ। ਉੱਥੇ ਹੀ ਇੱਕ ਖੁਸ਼ਖਬਰੀ ਵੀ ਦਿੱਤੀ ਹੈ ਦੀਪ ਸਿੱਧੂ ਦੇ ਕੇਸ ਨਾਲ ਜੁੜੀ ਹੋਈ। ਪੂਰੀ ਗੱਲਬਾਤ ਕੀ ਹੈ ਤੁਹਾਨੂੰ ਉਸ ਵੱਲ ਲੈ ਚੱਲਦੇ ਹਾਂ। ਉਸ ਤੋਂ ਪਹਿਲਾਂ ਸਾਰੇ ਦੋਸਤਾਂ ਨੂੰ ਇੱਕ ਰਿਕੁਐਸਟ ਹੈ, ਜੇਕਰ ਤੁਸੀਂ ਵੀ ਦੀਪ ਸਿੱਧੂ ਅਤੇ ਲੱਖਾ ਸਿਧਾਣਾ ਦੇ ਹੱਕ ਦੇ ਵਿੱਚ ਹੋ ਤਾਂ ਉਹਨਾਂ ਦੀ ਸਪੋਰਟ ਦੇ ਵਿੱਚ ਸੋਸ਼ਲ ਮੀਡੀਆ ਤੇ ਇੱਕ ਹੈਸ਼ਟੈਗ ਦੀ ਮੁਹਿੰਮ ਚੱਲ ਰਹੀ ਹੈ, ਯਾਨੀ ਕਿ #FreeDeepSidhu ਤੇ #WeSupportLakha Sidhana। ਇਹਨਾਂ ਹੈਸ਼ਟੈਗਸ ਦੇ ਨਾਲ ਜ਼ਿਆਦਾ ਤੋਂ ਜ਼ਿਆਦਾ ਵੀਡੀਓ ਦੇ ਥੱਲੇ ਕਮੈਂਟ ਕਰਕੇ ਤੁਸੀਂ ਵੀ ਲੱਖਾ ਸਿਧਾਣਾ ਤੇ ਦੀਪ ਸਿੱਧੂ ਦੇ ਲਈ ਆਵਾਜ਼ ਬੁਲੰਦ ਕਰ ਸਕਦੇ ਹੋ। ਸੋ ਹੁਣ ਝਲਕ ਮਾਰੋ ਦਲਜੀਤ ਕਲਸੀ ਦੀ ਇਸ ਵੀਡੀਓ ਤੇ ਅਤੇ ਦੇਖਦੇ ਹਾਂ ਕਿ ਉਹਨਾਂ ਨੇ ਕਿਹੜੀ ਖੁਸ਼ਖਬਰੀ ਦਿੱਤੀ ਹੈ ਤੇ ਕਿਹੜੇ ਵੱਡੇ ਖੁਲਾਸੇ ਕੀਤੇ ਨੇ। ਤੇ ਇਸ ਤੋਂ ਬਾਅਦ ਵੀ ਤੁਸੀਂ ਵੀਡੀਓ ਦੇ ਨਾਲ ਬਣੇ ਰਹਿਣਾ, ਕਿਉਂਕਿ ਕੁਝ ਹੋਰ ਖਾਸ ਅਪਡੇਟ ਵੀ ਤੁਹਾਡੇ ਨਾਲ ਅੱਗੇ ਸਾਂਝੇ ਕੀਤੇ ਜਾਣਗੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਤੁਹਾਡੇ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਦੇ ਨਾਲ ਅੱਜ ਦੀ ਅਪਡੇਟ ਤੁਹਾਨੂੰ ਦਿੰਨਾ। ਹੁਣੇ ਥੋੜੀ ਦੇਰ ਪਹਿਲਾਂ ਕਿੱਥੋਂ ਸੀਗੇ ਆਪਾਂ 30,000 ਕੋਰਟ ਦੇ ਵਿੱਚੋਂ ਦੀ ਬਾਹਰ ਨਿਕਲੇ ਆ ਤੇ ਖੁਸ਼ਖਬਰੀ ਇਹ ਹੈ ਕਿ ਮੈਂ ਸ਼ੁਰੂ ਤੋਂ ਦੱਸਦਾ ਕਿ ਪਹਿਲੇ ਜਿਹੜੇ ਕੇਸ ਸੀਗੇ ਉਸ ਦੇ ਵਿੱਚ ਬਾਈ ਦੀ ਜ਼ਮਾਨਤ ਹੋ ਗਈ ਸੀ। ਜੱਜ ਨੇ
ਜਿਹੜੇ ਜ਼ਮਾਨਤੀ ਸੀਗੇ ਉਹਨਾਂ ਦੀ ਵੀ ਸ਼ਨਾਖਤ ਜਾਂ ਵੈਰੀਫਿਕੇਸ਼ਨ ਮੰਗ ਲਈ ਸੀ। ਫਿਰ ਉਹ ਪ੍ਰੋਸੈਸ ਪੂਰਾ ਹੋਇਆ ਤੇ ਅੱਜ ਉਹ ਕੋਰਟ ਦੇ ਸਾਹਮਣੇ ਜੱਜ ਸਾਹਿਬ ਦੇ ਸਾਹਮਣੇ ਪੇਸ਼ ਹੋ ਕੇ ਉਹ ਸ਼ਨਾਖਤਾਂ ਵੀ ਹੋ ਗਈਆਂ ਕਿ ਵੈਰੀਫਿਕੇਸ਼ਨਾਂ ਵੀ ਹੋ ਗਈਆਂ। ਤੇ ਪਹਿਲਾ ਜਿਹੜਾ ਕੇਸ ਸੀਗਾ ਉਸ ਦੇ ਵਿੱਚ ਜ਼ਮਾਨਤ ਦਾ ਜਿਹੜਾ ਬੇਲ ਦਾ ਪ੍ਰੋਸੈਸ ਸੀਗਾ ਉਹ ਸਾਰਾ ਖਤਮ ਹੋ ਗਿਆ। ਮਤਲਬ ਇੱਕ ਕਿਸਮ ਦਾ ਪਹਿਲੇ ਵਾਲਾ ਜਿਹੜਾ ਕੇਸ ਸੀਗਾ ਉਹ ਆਲਮੋਸਟ ਸੋਲਵ ਹੋ ਗਿਆ ਤੇ ਪੁਲਿਸ ਨੇ ਚਲਾਕੀ ਇਹ ਕੀਤੀ ਕਿ ਦੂਸਰਾ ਉਹਦੇ ਵਰਗਾ ਕੇਸ ਜਿਹੜਾ ਸੀਗਾ ਇੱਕ ਹੋਰ ਪਾ ਕੇ ਉਸ ਦੀ ਅਰੈਸਟ ਮੰਗ ਲਈ ਸੀ ਪੁਲਿਸ ਕੋਲੋਂ, ਰਿਮਾਂਡ ਮੰਗ ਲਈ ਸੀਗੀ। ਤੇ ਕੱਲ ਉਹਨਾਂ ਨੇ ਤਿਹਾੜ ਦੇ ਵਿੱਚ ਇਸ ਦੀ ਡਿਮਾਂਡ ਕੀਤੀ ਸੀ। ਤਿਹਾੜ ਦੇ ਜਿਹੜੇ ਜੱਜ ਸਾਹਿਬ ਸੀਗੇ ਉਹਨਾਂ ਨੇ ਬੋਲਿਆ ਕਿ ਬਈ ਮੇਰੇ ਹਿਸਾਬ ਨਾਲ ਤਾਂ ਇਹ ਰਿਮਾਂਡ ਨਹੀਂ ਬਣਦੀ, ਕਿਉਂਕਿ ਇੱਕੋ ਕੇਸ, ਇੱਕੋ ਹੀ ਜਗ੍ਹਾ ਦਾ ਕੇਸ ਔਰ ਇੱਕੋ ਹੀ ਥਾਣੇ ਦੇ ਵਿੱਚ ਫਿਰ ਦੁਬਾਰਾ 2 FIR ਤੁਸੀਂ ਕਿੱਦਾਂ ਕੱਟ ਰਹੇ ਹੋ। ਤੇ ਜੱਜ ਸਾਹਿਬ ਨੇ ਮਨਾ ਕਰਤਾ ਸੀਗਾ। ਅੱਜ ਉਸ ਦੀ ਵੀ ਜ਼ਮਾਨਤ ਪ੍ਰੋਸੈਸ ਵੀ ਪੂਰਾ ਹੋਇਆ ਤੇ ਨਾਲ ਦੇ ਨਾਲ ਜਿਹੜੇ ਵਕੀਲ ਸਾਹਿਬ ਸੀਗੇ ਢਿੱਲੋਂ ਸਾਹਿਬ, JS ਢਿੱਲੋਂ ਸਾਹਿਬ, ਉਹਨਾਂ ਨੇ ਜੋ ਵੀਡੀਓ ਕਾਨਫਰੰਸਿੰਗ ਦੇ ਉੱਤੇ ਅੱਜ ਉਸ ਰਿਮਾਂਡ ਦੀ ਗੱਲ ਕਰ ਰਹੇ ਸੀਗੇ ਤੇ ਉਸ ਰਿਮਾਂਡ ਦੇ ਵਿੱਚ ਜੱਜ ਸਾਹਿਬ ਨੇ, ਇੱਧਰ ਵਾਲੇ ਜੱਜ ਸਾਹਿਬ ਨੇ ਵੀ, 30 ਹਜ਼ਾਰੀ ਵਾਲੇ ਜੱਜ ਸਾਹਿਬ ਨੇ ਵੀ ਜਿਹੜੀ ਪੁਲਿਸ ਨੇ ਰਿਮਾਂਡ ਮੰਗੀ ਸੀਗੀ ਉਹ ਰਿਜੈਕਟ ਕਰ ਦਿੱਤੀ ਉਸ ਐਪਲੀਕੇਸ਼ਨ ਨੂੰ। ਇੱਕ ਕਿਸਮ ਦੀ ਪੁਲਿਸ ਦੀ ਹਾਰ ਹੈਗੀ ਆ। ਔਰ ਇਸ ਕੇਸ ਦੇ ਵਿੱਚ ਹੁਣ 23 ਤਰੀਕ ਨੂੰ ਇਸੇ ਕੇਸ ਦੀ ਸੁਣਵਾਈ ਹੋਏਗੀ ਤੇ ਇਹ ਕੇਸ ਹੁਣ ਜ਼ਿਆਦਾ ਬਚਦਾ ਨਹੀਂ, ਕਿਉਂਕਿ ਸੇਮ ਕੇਸ ਦੇ ਵਿੱਚ ਕੋਰਟ ਜ਼ਮਾਨਤ ਦੇ ਚੁੱਕਿਆ, ਬੇਲ ਦੇ ਚੁੱਕਿਆ ਤੇ ਉਸ ਹਿਸਾਬ ਨਾਲ ਉਸੇ ਗਰਾਊਂਡ ਦੇ ਉੱਤੇ ਗੱਲ ਕੀਤੀ ਜਾਏਗੀ ਤਾਂ ਜ਼ਿਆਦਾ ਪ੍ਰੋਬਲਮ ਨਹੀਂ ਆਏਗੀ। ਜਿਹੜੀ ਮਨਦੀਪ ਸਿੱਧੂ ਭਾਈ ਦੇ ਨਾਲ ਗੱਲ ਕੀਤੀ ਸੀਗੀ ਕਿ ਆਪਾਂ ਨੂੰ ਜ਼ਿਆਦਾ ਟਾਈਮ ਨਹੀਂ ਲੱਗੇਗਾ, ਹੁਣ ਹੋਪਫੁਲੀ 23 ਨੂੰ ਹੀ ਕੰਮ ਹੋ ਜਾਏਗਾ। ਵੈਸੇ ਗੱਲ ਹੈ ਕਿ ਜਿਹੜਾ ਕੇਸ ਇਸ ਵਾਰੀ ਪੁਲਿਸ ਨੇ ਪਾਇਆ ਕਿ ਦੀਪ ਬਾਈ ਨੇ ਉੱਤੇ ਤੋੜ-ਫੋੜ ਦਾ ਜਿਹੜਾ ਕੇਸ ਹੈਗਾ ਕਿ ਬਿਲਡਿੰਗ ਨੂੰ, ਸਰਕਾਰੀ ਬਿਲਡਿੰਗ ਨੂੰ ਤੋੜ-ਫੋੜ ਕੀਤੀ ਗਈ, ਉਸ ਦਾ ਕੇਸ ਹੈਗਾ। ਇਹੀ ਕੇਸ ਤਾਂ ਵੈਸੇ ਹਰਿਆਣਾ ਗਵਰਨਮੈਂਟ ਤੇ ਵੀ ਬਣਦਾ, ਜਿਹੜੇ ਸਰੇਆਮ ਸਰਕਾਰੀ ਸੜਕਾਂ ਪਬਲਿਕ ਪ੍ਰਾਪਰਟੀ ਹੁੰਦੀ ਹੈ ਉਹ ਸੜਕਾਂ ਤੋੜ ਦਿੱਤੀਆਂ ਸੀਗੀਆਂ, ਉਹਨਾਂ ਦੇ ਖੱਡੇ ਕਰ ਦਿੱਤੇ ਸੀਗੇ ਉਸ ਦਾ। ਲੇਕਿਨ ਖੈਰ ਕੀ ਕਹਿੰਦੇ ਆ ਕਿ ਗੁੰਡਾਗਰਦੀ ਦੀ ਸਰਕਾਰ ਜਿਹਨੂੰ ਕਹਿ ਲਈਏ ਕਿ ਉਸ ਹਿਸਾਬ ਨਾਲ ਉਹ ਆਪਣੇ ਉੱਤੇ ਤਾਂ ਕੁਝ ਨਹੀਂ ਕਰਦੇ, ਦੂਸਰਿਆਂ ਦੇ ਉੱਤੇ ਸਰੇਆਮ ਕਿੱਦਾਂ ਧੱਕਾ ਹੁੰਦਾ ਪਿਆ। ਇੱਕ ਹੋਰ ਚੀਜ਼, ਦਿੱਲੀ ਦੀ ਸੜਕਾਂ ਤੇ ਟ੍ਰੈਫਿਕ ਵੀ ਬੜਾ ਅਜੀਬ ਜਿਹਾ, ਧਿਆਨ ਬਾਰ-ਬਾਰ ਉਧਰ ਹੋ ਜਾਂਦਾ, ਲੋਕੀ ਕਿਧਰੋਂ ਵੀ ਕੱਢ ਲੈਂਦੇ। ਤੇ ਜਦੋਂ ਮੈਂ ਲਾਸਟ ਲਾਈਵ ਪਾਇਆ ਸੀਗਾ ਤਾਂ ਕਿਸੇ ਵੀਰ ਨੇ ਇਹ ਗੱਲ ਬੋਲੀ ਸੀਗੀ ਕਿ ਯਾਰ ਇਹ ਸਮਝ ਨਹੀਂ ਆਉਂਦੀ ਇਹ ਗੱਲ ਕਿ ਦੀਪ ਸਿੱਧੂ ਆਪ ਵਕੀਲ ਹੈ, ਉਸਦਾ ਭਰਾ ਵੀ ਵਕੀਲ ਹੈ, ਵਕੀਲਾਂ ਦੀ ਟੀਮ ਵੀ ਲੱਗੀ ਹੋਈ ਹੈ ਤੇ ਜਦੋਂ ਇੱਕ ਕੇਸ ਤੋਂ ਫਾਰਗ ਹੋ ਰਹੇ ਸੀਗੇ ਤੇ ਇਹ ਤਾਂ ਪਤਾ ਹੀ ਸੀਗਾ ਕਿ ਪੁਲਿਸ ਚਲਾਕੀ ਕਰਦੀ ਹੈ ਤੇ ਦੂਸਰੇ ਕੇਸ ਵੀ ਪਾ ਦਿੰਦੀ ਹੈ, ਤੇ ਕਿਉਂ ਨਹੀਂ ਪਹਿਲਾਂ ਹੀ ਅਰਜੀ ਪਾ ਦਿੱਤੀ ਗਈ ਸੀਗੀ। ਤੇ ਮੈਂ ਉਸ ਵੀਰ ਨੂੰ ਕਹਾਂ ਯਾਰ ਮੇਰੀ ਗੱਲ ਦਾ ਬੁਰਾ ਨਾ ਮੰਨੇ, ਲੇਕਿਨ ਕੋਈ ਸੁਜੈਸ਼ਨ ਜਾਂ ਕੋਈ ਗੱਲ ਹੁੰਦੀ ਨਾ ਤਾਂ ਉਹ ਇਨਬਾਕਸ ਕੀਤੀ ਜਾ ਸਕਦੀ ਹੈ, ਕਿਉਂਕਿ ਹੁੰਦਾ ਕੀ ਹੈ ਕਿ ਸਾਨੂੰ ਕਈ ਵਾਰੀ ਅੱਧੀਆਂ ਜਾਣਕਾਰੀਆਂ ਹੁੰਦੀਆਂ ਤੇ ਉਸ ਦੇ ਨਾਲ ਗੱਲਾਂ ਜਿਹੜੀਆਂ ਉਹ ਲੋਕਾਂ ਦੇ ਮਨ ਦੇ ਵਿੱਚ ਹੋਰ ਸ਼ੰਕਾ ਸ਼ੁਭਾ ਜਿਹੜੇ ਨੇ ਉਹ ਪੈਦਾ ਹੋ ਜਾਂਦੇ ਆ। ਔਰ ਇਹਦਾ ਜਵਾਬ ਵੀ ਮੈਂ ਦੇ ਦਿੰਦਾ ਕਿ ਅਗਰ ਅਸੀਂ ਜਾਂ ਸਾਡੀ ਜਿਹੜੀ ਵਕੀਲਾਂ ਦੀ ਟੀਮ ਆ, ਮੈਂ ਮਨਦੀਪ ਭਾਈ ਨਾਲ ਇਹ ਵਾਲੀ ਗੱਲ ਕੀਤੀ ਸੀ, ਕਹਿੰਦੇ ਭਾਜੀ ਅਗਰ ਅਸੀਂ ਇਹ ਪਾ ਦਈਏ ਕਿ ਕੋਰਟ ਨੂੰ ਕਿ ਬਈ ਹੋਰ ਅਗਰ ਤੁਹਾਡੇ ਕੋਲ ਕੇਸ ਹੈਗੇ ਆ ਤਾਂ ਸਾਨੂੰ ਦੱਸੋ, ਤੇ ਤੁਹਾਨੂੰ ਕੀ ਲੱਗਦਾ ਕਿ ਕੋਰਟ ਇਹ ਬੋਲੇਗਾ ਕਿ ਨਹੀਂ ਸਾਡੇ ਕੋਲ ਹੋਰ ਕੇਸ ਨਹੀਂ ਹੈ? ਉਹਨੇ ਜਵਾਬ ਦੇਣਾ ਕਿ ਹਾਂਜੀ 90 ਕੇਸ ਹੋਰ ਨੇ, ਇਹਨਾਂ ਸਾਰਿਆਂ ਵਿੱਚ ਵਾਂਟਡ ਹੈ। ਫਿਰ ਆਪਾਂ ਕੀ ਕਰਾਂਗੇ? ਹੁਣ ਅਗਰ ਪੁਲਿਸ ਨੇ ਇੱਕੋ ਕੇਸ ਦੇ ਵਿੱਚ ਪ੍ਰੋਬਲਮ ਖੜੀ ਕਰਕੇ ਦੁਬਾਰਾ ਪ੍ਰੋਬਲਮ ਖੜੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਦੀ ਹਾਰ ਹੋਈ। ਲੇਕਿਨ ਅਗਰ ਅਸੀਂ ਅਰਜੀ ਲਾਈ ਹੁੰਦੀ ਤੇ ਅਸੀਂ ਫਸ ਗਏ ਹੁੰਦੇ, ਫਿਰ ਕਈ ਸਾਲਾਂ ਦਾ ਟਾਈਮ ਲੱਗ ਜਾਂਦਾ ਤੇ ਜ਼ਮਾਨਤਾਂ ਹੀ ਕਰਾਉਂਦੇ ਰਹਿ ਜਾਂਦੇ ਇੰਨੇ ਕੇਸਾਂ ਦੇ ਵਿੱਚੋਂ। ਤੇ ਕਈ ਵਾਰੀ ਕੀ ਹੁੰਦਾ ਕਿ ਸਾਨੂੰ ਲੱਗਦਾ ਕਿ ਯਾਰ ਉਹ ਸਾਹਮਣੇ ਵਾਲੇ ਗਲਤੀ ਕਰਦੇ ਪਏ ਆ। ਅਗਰ ਤੁਹਾਨੂੰ ਕਦੀ ਲੱਗੇ ਵੀ ਤੁਸੀਂ ਇਨਬਾਕਸ ਕਰ ਸਕਦੇ ਹੋ, ਮਨਦੀਪ ਭਾਜੀ ਨੂੰ ਕਰ ਸਕਦੇ ਹੋ,
ਦੀਪ ਭਾਈ ਦੇ ਪੇਜ ਤੇ ਕਰ ਸਕਦੇ ਹੋ। ਮਨਦੀਪ ਭਾਈ ਹੀ ਉਸ ਨੂੰ ਅੱਜ ਕੱਲ ਦੇਖਦੇ ਨੇ। ਤੇ ਕਿਉਂਕਿ ਜਦੋਂ ਅਸੀਂ ਪੇਜ ਤੇ ਜਾਂ ਇਦਾਂ ਕਮੈਂਟਾਂ ਵਿੱਚ ਪਾ ਦਿੰਦੇ ਆ ਤੇ ਉਹ ਫਿਰ ਅਫਵਾਹਾਂ ਦਾ ਰੂਪ ਲੈ ਲੈਂਦੀਆਂ ਨੇ, ਜਾਂ ਬਹੁਤ ਸਾਰੇ ਤਰ੍ਹਾਂ ਦੇ ਦਿਮਾਗ ਦੇ ਵਿੱਚ ਕੁਐਸਚਨ ਉਹ ਘੁੰਮਣੇ ਸ਼ੁਰੂ ਹੋ ਜਾਂਦੇ ਆ ਕਿ ਕਲੈਰਿਟੀ ਜਿਹੜੀ ਆ ਉਹ ਫਿਰ ਨੀਵੀਂ ਹੋਣੀ ਸ਼ੁਰੂ ਹੋ ਜਾਂਦੀ ਹੈ। ਉਹ ਆਪਾਂ ਨਾ ਕਰੀਏ। ਤੇ ਅੱਜ ਦੀ ਇੰਨੀ ਕੀ ਜਾਣਕਾਰੀ ਸੀਗੀ। ਮੈਂ ਇਸ ਸਮੇਂ ਬਹੁਤ ਸਵੇਰ ਦਾ ਕੁਝ ਖਾਧਾ ਨਹੀਂ ਹੋਇਆ, ਭੁੱਖ ਬਹੁਤ ਲੱਗੀ ਹੋਈ ਹੈ। ਤੇ ਸਾਰਿਆਂ ਨੂੰ ਵਧਾਈ ਹੋਵੇ ਕਿ ਰਿਮਾਂਡ ਜਿਹੜੀ ਹੈ ਪੁਲਿਸ ਦੀ ਰਿਜੈਕਟ ਹੋ ਗਈ। ਇਸ ਦੇ ਨਾਲ ਕੇਸ ਹੋਰ ਸਟਰੋਂਗ ਹੋ ਗਿਆ ਕਿ 23 ਤਰੀਕ ਨੂੰ ਜਿਹੜੀ ਬੇਲ ਸਾਡੀ ਹੋਣੀ ਹੈ, ਸੁਣਵਾਈ ਜਿਹੜੀ ਹੋਣੀ ਹੈ, ਉਸ ਦੇ ਵਿੱਚ ਅਸੀਂ ਹੋਰ ਵੀ ਸਟਰੋਂਗ ਹੋ ਗਏ ਹਾਂ। ਤੇ ਵੈਸੇ ਜਿੱਦਾਂ ਅੱਜ ਕੱਲ ਮੈਂ ਬੋਲਦਾ ਰਹਿਣਾ, ਤੇ ਲਾਸਟ ਟਾਈਮ ਵੀ ਬੋਲ ਰਿਹਾ ਸੀਗਾ। ਤਾਂ ਆ ਮੇਰੀ ਬੇਟੀ ਹੈ, ਇਹ ਗੱਡੀ ਚਲਾ ਰਹੀ ਸੀਗੀ ਲਾਸਟ ਟਾਈਮ ਵੀ। ਇਹ ਪਿੱਛੇ ਬੇਟਾ ਹੈ, ਇਹ ਪਿੱਛੇ ਸੀਗਾ। ਤੇ ਇਹ ਲਾਸਟ ਟਾਈਮ ਮੇਰੇ ਤੋਂ ਪੁੱਛਦੀ ਸੀਗੀ ਕਿ ਕਾਮਰੇਡ ਕੀ ਹੁੰਦੇ ਆ। ਇਹਨਾਂ ਨੂੰ ਇਹ ਅਰਬਨ ਥੋੜੇ ਜ਼ਿਆਦਾ ਨੇ, ਸ਼ਹਿਰੀ ਥੋੜੇ ਹੈਗੇ ਆ, ਤਾਂ ਇਹਨਾਂ ਨੂੰ ਕਾਮਰੇਡ ਨਹੀਂ ਪਤਾ ਸੀਗਾ। ਤੇ ਵੈਸੇ ਮੈਂ ਸੋਚਿਆ ਸੀ ਕਿ ਅੱਜ ਕਾਮਰੇਡ ਕੀ ਹੁੰਦੇ ਨੇ ਉਹਦੇ ਉੱਤੇ ਵੀ ਗੱਲ ਕਰਾਂਗਾ, ਪਰ ਮੇਰੇ ਖਿਆਲ ਰਾਤੀ ਗੱਲ ਕਰਦਾ। ਹੁਣ ਥੋੜਾ ਜਿਹਾ ਪਹਿਲਾਂ ਖਾਣੇ ਵੱਲ ਨੂੰ ਧਿਆਨ ਜਾਂਦਾ ਪਿਆ। ਔਰ ਮਾਸ ਦਿੱਲੀ ਦੇ ਵਿੱਚ ਜ਼ਿਆਦਾ ਦੇਰ ਸੜਕ ਤੇ ਚੱਲਦੇ ਹੋਏ ਲਾ ਨਹੀਂ ਸਕਦੇ, ਕਦੀ ਵੀ ਚਲਾਨ ਹੋ ਸਕਦਾ। ਤੇ ਮੈਂ ਘਰ ਜਾ ਕੇ ਆਪਣਾ ਕਾਮਰੇਡਾਂ ਦੁਆਲੇ ਹੁੰਨੇ ਆ ਥੋੜਾ ਜਿਹਾ। ਤੇ ਅੱਜ ਦੀ ਇੰਨੀ ਅਪਡੇਟ ਹੈ ਜੀ। ਸਤਿ ਸ਼੍ਰੀ ਅਕਾਲ। ਸੋ ਦੋਸਤੋ, ਇਸ ਦੇ ਨਾਲ ਹੀ ਹੁਣ ਦੇ ਅਪਡੇਟਸ ਦੀ ਲੜੀ ਦੇ ਵਿੱਚ ਫਿਲਹਾਲ ਇੰਨਾ ਹੀ। ਮਿਲਾਂਗੇ ਜਲਦ ਹੋਰ ਤਾਜ਼ਾ ਅਪਡੇਟਸ ਦੇ ਨਾਲ। ਉਹਨੇ ਸਮੇਂ ਤੱਕ ਲਈ ਤੁਸੀਂ ਬਣੇ ਰਹੋ ਲਿਮਟਿਡ ਗਿਆਨ ਦੇ ਨਾਲ। ਪੰਜਾਬੀ ਮਿਊਜ਼ਿਕ ਅਤੇ ਫਿਲਮ ਇੰਡਸਟਰੀ ਦੇ ਤਾਜ਼ਾ ਅਪਡੇਟਸ, ਕਿਸਾਨੀ ਸੰਘਰਸ਼ ਨਾਲ ਜੁੜੀ ਹੋਈ ਹਰ ਇੱਕ ਤਾਜ਼ਾ ਅਤੇ ਤੇਜ਼ ਖਬਰ ਅਤੇ ਹੋਰ ਸੋਸ਼ਲ ਨਿਊਜ਼ ਸਭ ਤੋਂ ਪਹਿਲਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਤੁਹਾਡੇ ਹੀ ਆਪਣੇ ਚੈਨਲਸ ਲਿਮਟਿਡ ਗਿਆਨ ਤੇ ਸਵੈਗ ਪੰਜਾਬ ਟੀਵੀ। ਅਤੇ ਦੋਵੇਂ ਚੈਨਲਸ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਨਾਲ ਵਾਲੀ ਨੋਟੀਫਿਕੇਸ਼ਨ ਬੈਲ ਤੇ ਕਲਿੱਕ ਕਰਕੇ ਆਲ ਤੇ ਜ਼ਰੂਰ ਸਿਲੈਕਟ ਕਰ ਲੈਣਾ, ਤਾਂ ਕਿ ਸਾਡੀ ਹਰ ਇੱਕ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚੇ ਸਭ ਤੋਂ ਪਹਿਲਾਂ। ਸੋ ਦੋਸਤੋ, ਹੁਣ ਫਿਲਹਾਲ ਇੱਥੇ ਤੁਹਾਡੇ ਤੋਂ ਲੈਂਦੇ ਹਾਂ ਇਜਾਜ਼ਤ। ਮਿਲਾਂਗੇ ਜਲਦ। ਥੈਂਕ ਯੂ, ਧੰਨਵਾਦ, ਟੇਕ ਕੇਅਰ।